ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ ਲੈਸਨ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਸ ਲੈਸਨ ਵਿੱਚ 6ਵੀਂ ਕਲਾਸ ਦਾ ਗਣਿਤ ਦਾ ਜੁਲਾਈ ਟੈਸਟ ਜਿਹੜਾ ਅਸੀਂ ਉਹ ਇੱਕ ਇੱਕ ਕਰਕੇ ਉਹਦੇ ਸਾਰੇ ਸਵਾਲ ਜਿਹੜੇ ਹੱਲ ਕਰਾਂਗੇ। ਟੋਟਲ 12 ਸਵਾਲ ਨੇ ਸਾਡੇ ਕੋਲ। ਪਹਿਲੇ 8 ਸਵਾਲ ਇੱਕ ਇੱਕ ਅੰਕ ਦੇ, 9ਵਾਂ ਤੇ 10ਵਾਂ ਸਵਾਲ 2-2 ਅੰਕਾਂ ਦੇ, ਤੇ 11ਵਾਂ ਤੇ 12ਵਾਂ ਸਵਾਲ ਜਿਹਦੇ ਚੋਂ ਆਪਸ਼ਨ ਵੀ ਸੀ ਸਾਡੇ ਕੋਲ, ਜਾਂ ਪਾਰਟ ਵੀ ਨਾਲ ਅਸੀਂ ਕਰਾਂਗੇ, ਤੇ ਉਹ ਸਾਡੇ ਕੋਲ 4-4 अंकों के सन। ठीक है, तो आओ देखते हैं सब तो पहला सवाल जुलाई टेस्ट 6वीं क्लास गणित का। तो पहला सवाल देख रहे हो सी 1 लाख विच किन्ने 10,000 होंदे हैं। हाउ मैनी 10,000s आर देयर इन 1 लाख। ठीक है, तो साडे कोल 1 लाख जिहड़ा हुंदा है, 1 लाख दे विच साडे कोल हुंदियां ने 5 जीरो, 5 सिफरां हुंदियां ने। 5 सिफरां ने ते इहनूं असीं 10 गुणा 10,000 भी लिख सकते हैं। ठीक है, ये साढ़े कोल 10,000 है, तो 10,000 ਨੂੰ ਜੇਕਰ ਅਸੀਂ 10 ਨਾਲ ਗੁਣਾ ਕਰਦੇ ਹਾਂ ਫਿਰ ਉਹ ਸਾਡੇ ਕੋਲ 1 ਲੱਖ ਬਣਦਾ ਹੈ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ 1 ਲੱਖ ਦੇ ਵਿੱਚ 10,000 ਹੁੰਦੇ ਨੇ। तो ਐੜਾ ਭਾਗ ਜਿਹੜਾ ਹੈ ਇਹਦਾ ਬੀ ਪਾਰਟ ਉਹ ਬਿਲਕੁਲ ਸਹੀ ਹੈ ਉੱਤਰ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸੰਖਿਆ 2875 ਵਿੱਚ 5 ਦਾ ਸਥਾਨਕ ਮੁੱਲ ਹੈ। 5 ਦਾ ਸਥਾਨਕ ਮੁੱਲ, 5 ਸਾਡੇ ਕੋਲ ਇਹਦੇ ਵਿੱਚ ਇਕਾਈ ਦਾ ਜਿਹੜਾ ਜਗ੍ਹਾ ਤੇ ਹੈ। ਠੀਕ ਹੈ, ਪਲੇਸ ਵੈਲਿਊ ਆਫ ਡਿਜਿਟ 5 ਇਨ 2875 ਇਜ਼ 5। ਠੀਕ ਹੈ, तो ਇਹਦਾ ਜਿਹੜਾ ਉੱਤਰ ਹੈ ਸਾਡੇ ਕੋਲ ਉਹ ਊੜਾ ਭਾਗ ਹੋਏਗਾ, ਜਾਂ ਅਸੀਂ ਇਹ ਪਾਰਟ ਕਹਿ ਸਕਦੇ ਹਾਂ 5। ਠੀਕ, ਇਸ ਤੋਂ ਬਾਅਦ ਤੀਜਾ ਸਵਾਲ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਸੰਖਿਆ 30 ਨੂੰ ਰੋਮਨ ਅੰਕ ਪ੍ਰਣਾਲੀ ਵਿੱਚ ਦਰਸਾਉਂਦਾ ਹੈ। ਵਿਚ ਆਫ ਦ ਫੋਲੋਇੰਗ ਇਜ਼ ਅ ਰੋਮਨ ਨਿਊਮਰਲ ਫॉर 30। ਠੀਕ ਹੈ, तो ਇਹ ਸਾਡੇ ਕੋਲ ਹੈ 30 ਨੂੰ ਦਰਸਾਉਂਦਾ ਹੈ। ਠੀਕ ਹੈ, 3x, ਸਾਨੂੰ ਪਤਾ 1x ਦਾ ਮਤਲਬ 10 ਹੁੰਦਾ ਹੈ, तो ਸਾਡੇ ਕੋਲ 3x ਨੇ, ਭਾਵ 30 ਹੈ। ਠੀਕ ਹੈ, तो C ਜਿਹੜਾ ਹੈ ਉਹ ਬਿਲਕੁਲ ਸਹੀ ਜਵਾਬ ਹੈ ਸਾਡੇ ਕੋਲ। ਇਸ ਤੋਂ ਬਾਅਦ ਅਗਲਾ ਚੌਥਾ ਸਵਾਲ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸਭ ਤੋਂ ਛੋਟੀ ਪੂਰਨ ਸੰਖਿਆ ਹੈ। ਵਿਚ ਆਫ ਦ ਫੋਲੋਇੰਗ ਇਜ਼ ਦ ਸਮੋਲੈਸਟ ਹੋਲ ਨੰਬਰ। ਠੀਕ ਹੈ, तो ਹੋਲ ਨੰਬਰ ਸਾਡੇ 0 ਤੋਂ ਸ਼ੁਰੂ ਹੁੰਦੇ ਨੇ, तो ਸਭ ਤੋਂ ਛੋਟੀ ਜਿਹੜੀ ਪੂਰਨ ਸੰਖਿਆ ਉਹ ਸਾਡੇ ਕੋਲ 0 ਹੁੰਦੀ ਹੈ। तो ईडी पार्ट ਜਿਹੜਾ ਹੈ ਉਹ ਸਾਡੇ ਕੋਲ ਸਹੀ ਆਨਸਰ ਹੈ ਇਸ ਸਵਾਲ ਦਾ। इस बार पंजवां सवाल है हेठ लिखिया विचों केड़ी सब तो छोटी संख्या है। विच ऑफ द फॉलोइंग इज द स्मॉलेस्ट नंबर। ठीक है, तो 25,028 है, 2528 है, 2524 है, 2527 है, 2825 है। ठीक है, तो ये विचों साडे कोल सब तो पहला इकाई जिहड़ा फर्स्ट जिहड़ा लैटर है वो सी अंक है वो असी कंपेयर करते हैं, वो सब का 2 है। उस तो बाद 5 5 5 तो ये 28 आ गया, वड्डा हो गया, इनू छड्ड दांगे असी। ठीक है, तो ये 3 बचे। ਇਹਦੇ ਵਿੱਚੋਂ ਅਗਲਾ ਅੰਕ ਜਿਹੜਾ 2 ਹੈ ਸਾਰਿਆਂ ਦਾ। ਸੋ ਲਾਸਟ ਅੰਕ ਤੋਂ ਸਾਨੂੰ ਪਤਾ ਚੱਲੇਗਾ ਇਕਾਈ ਦੇ ਅੰਕ ਤੋਂ ਕਿਹੜੀ ਸੰਖਿਆ ਸਭ ਤੋਂ ਛੋਟੀ ਹੈ। तो ਇਹ 2524 ਜਿਹੜੀ ਹੈ ਸਭ ਤੋਂ ਛੋਟੀ ਸੰਖਿਆ ਸਾਡੇ ਕੋਲ ਬਣਦੀ ਹੈ, 2524, ਕਿਉਂਕਿ ਇਹ 2528 ਸੀ, ਇਹ 2524 2527। ਠੀਕ ਹੈ, तो 24 ਜਿਹੜਾ ਹੈ ਉਹ ਸਾਡੇ ਕੋਲ ਛੋਟਾ ਅੰਕ ਰਹੇਗਾ, 2524। तो बी पार्ट ਜਿਹੜਾ ਹੈ ਐੜਾ ਭਾਗ वो बिल्कुल सही है इस सवाल का। इस तो बाद है 6वां सवाल है हेठ लिखिया विचों केड़ा 0 नूं नहीं दर्शाउंदा। ठीक है, तो 1 जमा 0 जो असीं करते हैं तो ये 1 के बराबर है। 0 जमा 0 ये साडे कोल 0 के बराबर है। 0/2 ये भी 0 के बराबर है। 10 चों 10 घटावांगे ये भी साडे कोल 0/2 बनेगा, तो ये भी 0 बन जाएगा। ठीक है, तो सिफर नूं केड़ा नहीं दर्शाउंदा। एक पहला जिहड़ा ऊड़ा भाग है ये सिफर नूं नहीं दर्शाउंदा, क्योंकि इहदे बराबर साडे कोल 1 है। ए पार्ट। ठीक है, 1 जमा 0 सही जवाब है। इस तो बाद 7वां सवाल है किहड़ी संख्या नाल भाग परिभाषित नहीं है। डिवीजन बाय विच नंबर इज नॉट डिफाइंड। ठीक है, 0 दे नाल असीं भाग जिहड़ी है वो कदे नहीं करते। 0 दे नाल भाग परिभाषित नहीं हुंदी, डिफाइंड नहीं हुंदी। तो एड़ा जिहड़ा है उत्तर साडे कोल बिल्कुल सही है, बी पार्ट। 8वां सवाल है संख्या 23,30,000 का सही संख्या अंक चुनो। ठीक है, विच ऑफ द फॉलोइंग इज करेक्ट न्यूमरल फॉर द 23,30,000। तो
23,30,000 ਇਹਦੇ ਵਿੱਚੋਂ ਆਪਾਂ ਕਿਹਨੂੰ ਕਹਿ ਸਕਦੇ ਹਾਂ, ਠੀਕ ਹੈ। ਸੋ ਇਹ ਸਾਡੇ ਕੋਲ ਜਿਹੜੀ ਸੰਖਿਆ ਹੈ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 2,33,000 ਹੈ। तो ਇਹ ਤਾਂ ਨਹੀਂ ਹੈ ਸਾਡਾ ਆंसर, ठीक है। इकाई, दहाई, सैंकड़ा, हज़ार, 10,000, ਲੱਖ, ਇਹ ਸਾਡੇ ਕੋਲ 2,30,000 ਹੈ, ਇਹ ਵੀ ਸਹੀ ਜਵਾਬ ਨਹੀਂ ਹੈ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਇਹ ਸਾਡੇ ਕੋਲ 23,03,000 ਹੈ, ਇਹ ਵੀ ਸਹੀ ਜਵਾਬ ਨਹੀਂ ਹੈ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, तो ਇਹ ਸਾਡੇ ਕੋਲ ਬਣਦਾ 23,30,000, ठीक है। 23,30,000 तो ਸੱਸਾ ਜਿਹੜਾ ਹੈ डी पार्ट है वो बिल्कुल सही जवाब है इस सवाल का। सस्सा पार्ट 23,30,000। इस तो बाद दो अंकों के सवाल जोड़े वो सब तो पहला सवाल तुम स्क्रीन पर देख सकते हो। साल 1991 में सुंदर नगर की जनसंख्या 2,35,471 सी। साल 2001 तक ये 72,958 वध गई। साल 2001 में शहर की जनसंख्या कितनी सी, ठीक है। तो 1991 में आप पहला इत्थे लिख लांगे। साल 1991 में सुंदर नगर की जनसंख्या ये सी साढ़े को 2,35,471, ठीक है। तो 2001 तक ये कितनी वध गई, 72,958 वध गई, ठीक है। तो आप लिख देंगे 2001 तक सुंदर नगर की जनसंख्या विच वाधा सुंदर नगर की जनसंख्या विच वाधा 72,958, ठीक है। तो इन्होंने दोनों को असीं जोड़ देंगे तो साडे कोल संख्या जिहड़ी है 2001 दे विच कितनी हो गई वो सानूं पता चल जाएगा। तो साल 2001 विच सुंदर नगर की जनसंख्या तो सुंदर नगर की जनसंख्या कितनी हो जाएगी, 2,35,471। ये असी जोड़ देंगे 72,958। 8 ते 1 9, 7 5 12, 2 ते 1 हासिल, 10 4 14 ते 1 हासिल, 6 2 8 ते 7 ते 3 10, 10 का 0, 1 हासिल, 1 ते 2 साढ़े कोल 3, ठीक है। तो इस तरह साल 2001 के विच सुंदर नगर की जनसंख्या जी कितनी बन गई, 3,08,429। तीन लाख 8,429 होगी, ठीक है। इस तो बाद अगला सवाल 10वां, 10,001 तो ठीक पहला आने वाली 3 पूर्ण संख्यावां लिखो। बहुत सौखा सवाल है। तो 10,001 तो पिछे की जेकर असी पूर्ण संख्या पता करनी होएगी तो सानू ये चो एक जड़ा घटाना पेगा, एक माइनस करांगे साढ़े को 10,000 बन जाएगा, ठीक। और एक बार फिर असी ये चो -1 कर देंगे। तो ये असी सब तो पहला इतने 0 चो 1 नहीं घटाया जा सकता, तो हासिल लवांगे। हासिल लैन लई इत्थे साडे कोल 9 बचेगा, इत्थे 10 आ जाएगा, उस फिर एक हासिल लवांगे 9 बचेगा, 10 आ जाएगा, फिर एक हासिल लवांगे 9 बचेगा, तो इत्थे साडे कोल 10 आ जाएगा। 10 चो 1 घटावांगे तो साडे कोल 9 बनता है, ठीक है। तो 9,999 हो गया साडे कोल।
ਇਹਦੇ ਵਿੱਚੋਂ ਅਸੀਂ ਇੱਕ ਵਾਰ ਹੋਰ -1 ਕਰਾਂਗੇ, 1 ਘਟਾਵਾਂਗੇ, तो ये 8 आ जाएगा साढ़े को 9 9 ਤੇ 9। ठीक है, तो 10,001 ਤੋਂ ठीक पहला आने वाली तीन पूर्ण संख्यावां 9,998 9,999 ਤੇ 10,000 ਹਨ। ठीक है, सो लोड़ींदियां संख्यावां 9,998 9,999 ਅਤੇ 10,000। ठीक है, इस तो बाद 11वां सवाल साडे कोल है, बगैर दोहराउंदे होए अंक 6 2 7 4 ਅਤੇ 3 ਨੂੰ ਵਰਤ ਕੇ 5 ਅੰਕਾਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਸੰਖਿਆ ਪਤਾ ਕਰੋ। Find the greatest and the smallest 5 digit numbers that can be formed by using the digits 6 2 7 4 3 without repetition। ठीक है, तो ਇਹਦੇ ਵਿੱਚ ਬਹੁਤ ਸੌਖਾ ਹੈ। ਸਭ ਤੋਂ ਵੱਡੀ ਸੰਖਿਆ ਜਿਹੜੀ ਆਪਾਂ ਜਦੋਂ ਲਿਖਣੀ ਹੈ, ਜਾਂ ਵੱਡੀ ਤੋਂ ਵੱਡੀ ਸੰਖਿਆ, ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਵੱਡਾ ਅੱਖਰ ਇਹਦੇ ਚੋਂ ਜਿਹੜਾ ਵੱਡਾ ਅੰਕ ਹੈ ਉਹ ਲਿਖਾਂਗੇ। 7 ਸਭ ਤੋਂ ਵੱਡਾ ਹੈ ਉਹ ਲਿਖਾਂਗੇ, ਫਿਰ ਉਸ ਤੋਂ ਬਾਅਦ ਛੋਟਾ 6 ਹੈ, ਫਿਰ 4 ਹੈ, ਫਿਰ 3 ਹੈ, ਫਿਰ 2 ਹੈ। ਠੀਕ ਹੈ, तो 76,432 ਸਾਡੇ ਕੋਲ ਵੱਡੀ ਤੋਂ ਵੱਡੀ ਸੰਖਿਆ ਬਣ ਜਾਏਗੀ ਇਹ ਵਾਲੇ ਅੰਕਾਂ ਨੂੰ ਯੂਜ਼ ਕਰਕੇ, ਜਿਹੜੀ ਵਰਤੋਂ ਕਰਕੇ ਇਹਨਾਂ ਦੀ ਆਪਾਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਛੋਟੀ ਤੋਂ ਛੋਟੀ, छोटी तो छोटी संख्या इनू असी उल्टा के लिख देंगे। सब तो पहला छोटा अंक, फिर उस तो वड्डा 3, फिर उस तो वड्डा 4, फिर उस तो वड्डा 6 ते फिर उस तो वड्डा 7। ठीक है, तो इस ढंग दे नाल असी सब तो वड्डी ते सब तो छोटी संख्या लिख सकते हैं ये वाले अंकां नू यूज करके। इस तो बाद साडे कोल जां पाठ जिहड़ा 11वें सवाल दा सी, आम नियम की वरतों करते हुए हेठ लिखे गुणनफलों का अंदाजा लगाओ। एस्टीमेट द फॉलोइंग यूजिंग जनरल रूल। तो ये ਜਿਹੜੀ ਸੰਖਿਆਵਾਂ ਸਾਨੂੰ ਦਿੱਤੀਆਂ ਹੋਈਆਂ ਨੇ, ਇੱਕ 578 ਹੈ ਤੇ ਇੱਕ ਸਾਡੇ ਕੋਲ 161 ਹੈ। ਠੀਕ ਹੈ, ਸੋ ਇਹਦੇ ਵਿੱਚ ਆਪਾਂ ਦੇਖ ਲੈਂਦੇ ਹਾਂ 578 ਦਾ ਜਿਹੜਾ ਨਿਕਟਤਮ ਸੈਂਕੜਾ ਹੈ ਸਾਡੇ ਕੋਲ, 578 ਦਾ ਨਿਕਟਤਮ ਸੈਂਕੜਾ ਇਹ ਸਾਡੇ ਕੋਲ ਹੈ 600। ठीक है ना, 500 तो बाद साढ़े को 578 आएगा, पर 578 जो 600 से ज्यादा कोल है। इसी तरह जो 161 है, 161 का निकटतम सैकड़ा ये साढ़े को 200 बन जाएगा। ठीक है, तो इन्हों दोनों की जी गुणा करांगे असी तो साढ़े को अप्रोक्सीमेटली जो आंसर आ जाएगा इन्हों के क्लोज। सो इस तरह गुणा का अंदाजा बराबर 600 गुणा 200, तो ये साढ़े कोल 6 दूनी 12 नाल 4 0। ठीक है, तो 1,20,000 साढ़े कोल जिहड़ा उत्तर है वो बन जाता है। ठीक, इस तो बाद 12वां सवाल साढ़े कोल है, वितरण विधि नाल पता करो 728 गुणा 101 कितना होएगा। ठीक है, इवैल्यूएट यूजिंग डिस्ट्रीब्यूटिव प्रॉपर्टी। तो ਇਹਦੇ ਚ ਅਸੀਂ ਕੀ ਕਰਨਾ ਹੈ, 728 ਨੂੰ 101 ਦੇ ਨਾਲ ਬੱਚੇ ਗੁਣਾ ਕਰਨਾ ਹੈ, ਤਾਂ 101 ਨੂੰ ਅਸੀਂ ਤੋੜ ਕੇ ਲਿਖ ਲਵਾਂਗੇ। 101 ਨੂੰ ਅਸੀਂ ਲਿਖ ਲਵਾਂਗੇ 100 ਜਮਾ 1। ठीक है, तो हुण 728 ਨੂੰ ਪਹਿਲਾਂ ਅਸੀਂ 100 ਦੇ ਨਾਲ ਗੁਣਾ ਕਰਾਂਗੇ, ਫਿਰ ਅਸੀਂ 728 ਨੂੰ 1 ਨਾਲ ਗੁਣਾ ਕਰਾਂਗੇ, ਜੋ ਉੱਤਰ ਆਣਗੇ ਦੋਨੋਂ ਉਹਨਾਂ ਨੂੰ ਜੋੜ ਦੇंगे आपस। तो ये साढ़े को बनेगा 728 गुणा 100, फिर ये जमा का निशान, फिर 728 गुणा 1। तो ये साढ़े को बन जाता है 72800 जमा 728। ठीक है, तो इन्होंने दोनों को असीं हुण जोड़ देंगे तो साढ़े को उत्तर प्राप्त हो जाएगा 72,800 जमा 728। तो ये साढ़े को बनेगा 8, फिर 2 7 ते 8 15, 15 का एक इत्थे एक हासिल आ जाएगा 3 ते 7। ठीक है, तो उत्तर जिहड़ा साढ़े को बन जाता है 73,528।
ठीक, ਇਹਨੂੰ ਤੁਸੀਂ ਸਿੱਧੀ ਗੁਣਾ ਨਹੀਂ ਕਰਨੀ ਕਿਉਂਕਿ ਸਿੱਧੀ ਗੁਣਾ ਕਰਕੇ ਤੁਹਾਡਾ ਉੱਤਰ ਤਾਂ ਆ ਜਾਏਗਾ ਬਟ ਉਹਦੇ ਅੰਕ ਜਿਹੜੇ ਉਹ ਤੁਹਾਨੂੰ ਨਹੀਂ ਮਿਲਦੇ ਕਿਉਂਕਿ ਜੇ ਕਿਹਾ ਗਿਆ ਹੈ ਜਿਸ ਵਿਧੀ ਦੇ ਨਾਲ ਪਤਾ ਕਰਨਾ ਹੈ ਡਿਸਟ੍ਰੀਬਿਊਟਿਵ ਪ੍ਰੋਪਰਟੀ ਵਿਤਰਣ ਵਿਧੀ ਅਸੀਂ ਯੂਜ਼ ਕਰਨੀ ਹੈ ਉਹਦੀ ਵਰਤੋਂ ਕਰਨੀ ਹੈ ਤਾਂ ਉਹ ਕਰਨੀ ਜ਼ਰੂਰੀ ਹੁੰਦੀ। ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਸਹੀ ਮਿਲਾਨ ਕਰਨਾ ਹੈ ਆਪਾਂ ਸੰਖਿਆਵਾਂ ਦਾ ਕਥਨਾਂ ਦਾ। ਤੋ ਇਹ ਸਾਡੇ ਕੋਲ ਇਹਨੂੰ A B C ਆਪਾਂ ਮਾਰਕ ਕਰ ਲੈਂਦੇ ਹਾਂ। ਠੀਕ ਹੈ, ਜਾਂ ਅਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਸਿੱਧਾ ਹੀ ਲਾਈਨ ਖਿੱਚ ਕੇ ਮਿਲਾ ਦੇਾਂਗੇ। ਠੀਕ ਹੈ, तो सब तो छोटी प्राकृतिक संख्या जी साडे कोल है प्राकृतिक संख्यावां साडे कोल एक तो शुरू होंदियां ने तो सब तो छोटी प्राकृतिक संख्या साडे कोल एक है। स्मॉलेस्ट नैचुरल नंबर इज 1। ठीक, इस तो बाद एक दा पिछेतर हुण एक दे पिछे दा अंक किहड़ा हुंदा साडे कोल एक तो अगे दा अंक 2 हुंदा ते एक तो पिछे दा अंक 0। ठीक, प्रीडिसेसर ऑफ 1 इज 0। 2 जमा 0 तो 0 ਨੂੰ ਕਿਸੇ ਵੀ ਅੰਕ ਦੇ ਵਿੱਚ ਜੋੜੀਏ ਸਾਡੇ ਕੋਲ ਉਹੀ ਅੰਕ ਬਚਦਾ ਹੈ। तो 2 ਦੇ ਵਿੱਚ 0 ਜੋੜੀ ਵੀ ਤਾਂ ਸਾਡੇ ਕੋਲ 2 ਹੀ ਪ੍ਰਾਪਤ ਹੋਏਗਾ। ਇਸ ਤੋਂ ਬਾਅਦ 7 ਨੂੰ 0 ਨਾਲ ਅਗਰ ਅਸੀਂ ਭਾਗ ਕਰੀਏ ਤਾਂ ਭਾਗ ਜਿਹੜੀ ਹੈ 0 ਦੇ ਨਾਲ ਉਹ ਪਰਿਭਾਸ਼ਿਤ ਨਹੀਂ ਹੁੰਦੀ। ਕਿਸੇ ਵੀ ਸੰਖਿਆ ਨੂੰ ਆਪਾਂ 0 ਦੇ ਨਾਲ ਭਾਗ ਨਹੀਂ ਕਰ ਸਕਦੇ, ਇਟਸ ਨਾਟ ਡਿਫਾਈਨਡ। ਠੀਕ ਹੈ ਸਟੂਡੈਂਟਸ, तो ਇਹ ਸਾਡੇ ਕੋਲ 6ਵੀਂ ਕਲਾਸ ਦਾ ਜੁਲਾਈ ਟੈਸਟ ਜਿਹੜਾ ਸੀ ਉਹਦੇ ਸਾਰੇ ਕੁਐਸਚਨ ਆਪਾਂ ਕੀਤੇ ਨੇ। तो ਮੈਨੂੰ ਉਮੀਦ ਹੈ ਬਹੁਤ ਸਾਰੇ ਬੱਚਿਆਂ ਦੇ ਕਾਫੀ ਸਵਾਲ ਤੁਹਾਡੇ ਦੇ ਹੋ ਸਕਦਾ ਕੁਝ ਬੱਚਿਆਂ ਦੇ ਸਾਰੇ ਸਵਾਲ ਵੀ ਜਿਹੜੇ ਉਹ ਪੇਪਰ ਦੇ ਵਿੱਚ ਸਹੀ ਗਏ ਹੋਣ। ਠੀਕ ਹੈ ਸਟੂਡੈਂਟਸ, तो ਮਿਲਾਂਗੇ ਫਿਰ ਆਪਾਂ ਅਗਲੇ ਲੈਸਨ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।